इस चीज़ के उपर ट्रस्ट करते कि कैनेडा ने एक साल च इन्ने वीज़े तो पक्के ही देने आ। ਇਹਦੇ ਉੱਪਰ ਦਾ ਖੇਲਿਆ ਗਿਆ, ਇਹਦੇ ਉੱਪਰ ਇਨਵੈਸਟਮੈਂਟਸ ਕੀਤੀਆਂ ਗਈਆਂ। ਸਪੋਜ਼ ਕਰੋ ਕਿ ਜੇਕਰ ਕਿਸੇ ਇਨਵੈਸਟਰ ਨੇ 100 ਟਿਕਟਾਂ ਲੈ ਲਈਆਂ, ਚਾਹੇ ਉਹਨੇ 50 ਰੁਪਏ ਦੀ ਟਿਕਟ ਲੈ ਲਈ ਹੈ, ਤਾਂ ਉਹਦੇ ਕੋਲ 100 ਟਿਕਟਾਂ ਹੈਗੀਆਂ ਨੇ। ਜਦੋਂ ਸਾਨੂੰ ਜ਼ਰੂਰਤ ਪਈ ਤਾਂ ਉਹਦੀ ਮਰਜ਼ੀ ਹੈ ਕਿ ਹੁਣ ਉਹਨੇ ਚਾਹੇ 50 ਦੀ 60 ਦੀ ਦੇਣੀ ਹੈ, ਚਾਹੇ 100 ਦੀ ਦੇਣੀ ਹੈ, ਚਾਹੇ 150 ਦੀ ਦੇਣੀ ਹੈ। ਕਿਵੇਂ ਚੱਲਦੀ ਹੈ ਗੇਮ? ਬਿਲਕੁਲ, ਇਹ ਸਟਾਕ ਬੇਸਿਕਲੀ ਤੁਹਾਡੇ ਕੋਲ ਇਨਟੇਕ ਵਾਈਜ਼ ਮਹੀਨੇ ਵਾਈਜ਼ ਸਟਾਕ ਚੱਕੇ ਪਏ ਨੇ। ਕੁਛ ਇਦਾਂ ਦਾ ਪ੍ਰਾਈਸਿਸ ਤੈਅ ਕਰ ਲਏ ਕਿ ਹੁਣ ਸਟੂਡੈਂਟਸ ਨੂੰ ਲਗਭਗ ਇਸ ਤੋਂ ਥੱਲੇ ਟਿਕਟਾਂ ਸਸਤੀਆਂ ਨਹੀਂ ਮਿਲਣ ਵਾਲੀਆਂ। ਇਹਨੂੰ ਵੀ ਇੱਕ ਵਾਰੀ ਆਫਰ ਆਈ ਸੀ ਸੇਮ ਇਸੇ ਤਰੀਕੇ ਨਾਲ ਕਿ ਤੁਸੀਂ ਕਿ ਸਤੰਬਰ ਨਿਬੜ ਗਿਆ, ਅਕਤੂਬਰ ਨਿਬੜ ਗਿਆ, ਸੋ ਜਨਵਰੀ ਜਾਂ ਫਰਵਰੀ ਦਾ ਸਟਾਕ ਅਵੇਲੇਬਲ ਹੈ। ਬਟ ਇਹ ਐਗਜ਼ੈਕਟਲੀ ਜਿਹਨਾਂ ਡੀਲ ਕਰੈਕ ਕੀਤੀਆਂ ਜਿਹੜੇ ਬਿਜ਼ਨਸ ਕਰ ਰਹੇ, ਇਹ ਬੇਸਿਕਲੀ ਉਹਨਾਂ ਤੱਕ ਹੀ ਸੀਮਤ ਹੈ। ਏਅਰਲਾਈਨ ਨੇ ਇੱਕ ਥੋੜਾ ਸੇਫ ਪਲੇ ਕਰਨਾ ਸ਼ੁਰੂ ਕਰਤਾ ਵੀ ਫਿਰ ਬੰਦ ਹੋ ਗਏ, ਫਿਰ ਪਤਾ ਨਹੀਂ ਕੀ ਹੋਣਾ ਆ। ਸੋ ਸਟਾਕਸ ਵੇਚੇ ਗਏ। ਸੋ ਇਸੇ ਤਰੀਕੇ ਨਾਲ ਕਿਸੇ ਨੇ ਭਰੋਸਾ ਕਰਕੇ ਪੈਸੇ ਦਾਅ 'ਤੇ ਲਾਏ। ਸੋ ਆਬਵੀਅਸਲੀ ਜਿਹਨੇ ਦਾਅ 'ਤੇ ਲਾਏ ਉਹ ਕਮਾਏਗਾ ਤਾਂ ਸਹੀ। ਲੱਗਦਾ ਕਿ ਇਹਦੇ ਤੋਂ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ, ਜਾਂ ਕੋਈ ਤਰੀਕਾ ਹੈਗਾ ਜਿਹਦੇ ਨਾਲ ਲੋਕਾਂ ਨੂੰ ਇਹ ਟਿਕਟ ਸਸਤੀ ਮਿਲ ਸਕਦੀ? ਜਨਵਰੀ ਤੱਕ ਤੇ ਫਿਲਹਾਲ ਕੁਝ ਨਹੀਂ ਦਿਸ ਰਿਹਾ। ਵਿਦੇਸ਼ ਜਾਣ ਦੇ ਰੁਝਾਨ ਦੇ ਵਿੱਚ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ, ਪਰ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਦੀਆਂ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ। ਜਿੱਥੇ ਚਰਚਾ ਹੋ ਰਹੀ ਹੈ ਕਿ ਕੈਨੇਡਾ ਨੇ ਵੀਜ਼ਾ ਦੇਣਾ ਬੰਦ ਕਰਤਾ ਹੈ, ਬਹੁਤ ਘੱਟ ਲੋਕਾਂ ਨੂੰ ਵੀਜ਼ੇ ਦਿੱਤੇ ਜਾ ਰਹੇ ਨੇ, ਜ਼ਿਆਦਾਤਰ ਲੋਕਾਂ ਦੀਆਂ ਰਿਫਿਊਜ਼ਲ ਆ ਰਹੀਆਂ ਨੇ। ਉੱਥੇ ਇੱਕ ਚਰਚਾ ਕੈਨੇਡਾ ਜਾਣ ਨੂੰ ਲੈ ਕੇ ਵੀ ਇਹ ਹੋ ਰਹੀ ਹੈ ਕਿ ਇਹ ਟਿਕਟਾਂ ਜਿਹੜੀਆਂ ਨੇ ਉਹ ਬਹੁਤ ਮਹਿੰਗੀਆਂ ਮਿਲਦੀਆਂ ਪਈਆਂ ਨੇ। ਆਮ ਹੀ ਜਿਹੜੇ ਲੋਕ ਕੈਨੇਡਾ ਦੀਆਂ ਟਿਕਟਾਂ ਕਰਵਾ ਰਹੇ ਨੇ, ਉਹਨਾਂ ਨੂੰ 1.5 ਲੱਖ ਤੋਂ ਲੈ ਕੇ 2, 2.5, 3 ਲੱਖ ਰੁਪਏ ਦੀ ਟਿਕਟ ਲੈਣੀ ਪੈ ਰਹੀ ਹੈ। ਹੁਣ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਆਖਿਰਕਾਰ ਇੰਨੇ ਰੇਟ ਕਿਉਂ ਜ਼ਿਆਦਾ ਹੈਗੇ ਨੇ, ਉਹ ਵੀ ਸਿਰਫ ਕੈਨੇਡਾ ਦੇ, ਕਿਉਂਕਿ ਕੰਪੈਰੀਜ਼ਨ ਬਾਕੀ ਕੰਟਰੀਆਂ ਦੇ ਕੈਨੇਡਾ ਸਭ ਤੋਂ ਮਹਿੰਗੀ ਜਿਹੜੀ ਆ ਇਹ ਟਿਕਟ ਮਿਲਦੀ ਪਈ ਆ। ਆਖਿਰਕਾਰ ਕਾਰਨ ਕੀ ਹੈ? ਕਿ ਏਅਰਲਾਈਨ ਨੇ ਰੇਟ ਵਧਾਏ ਹੋਏ ਨੇ ਕਿ ਜਾਂ ਵਿੱਚ ਜਿਹੜੇ ਨੇ ਉਹ ਇਨਵੈਸਟਰਾਂ ਦੇ ਵੱਲੋਂ ਜਿਹੜਾ ਇਸ ਦਾ ਫਾਇਦਾ ਲਿਆ ਜਾ ਰਿਹਾ? ਇਹ ਸਾਰੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਰਾਇਲ ਟਰੈਵਲ ਤੋਂ ਅਰਵਿੰਦਰਪਾਲ ਸਿੰਘ ਮੌਜੂਦ ਹੈਗੇ ਨੇ। ਗੱਲਬਾਤ ਕਰਕੇ ਸਮਝਦੇ ਹਾਂ ਕਿ ਵਾਕਈ ਇਹ ਖੇਡ ਕਿਵੇਂ ਚੱਲਦੀ ਆ ਰਹੀ ਹੈ ਤੇ ਕਿਵੇਂ ਜਿਹੜਾ ਉਹ ਕੈਨੇਡਾ ਨੇ ਕੀ ਵਾਕਈ ਜਿਹੜੀਆਂ ਰਿਫਿਊਜ਼ਲਾਂ ਦੇਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਨੇ। ਤਾਂ ਅਰਵਿੰਦਰ ਜੀ, ਪਹਿਲਾਂ ਸਵਾਗਤ ਟੀਵੀ ਪੰਜਾਬ ਤੇ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਅੱਛਾ, ਸਭ ਤੋਂ ਪਹਿਲਾਂ ਮੇਰਾ ਸਵਾਲ, ਕੈਨੇਡਾ ਜਾਣ ਨੂੰ ਲੈ ਕੇ ਲੋਕਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਪਹਿਲਾਂ ਕਹਿੰਦੇ ਕਿ ਕੈਨੇਡਾ ਦਾ ਵੀਜ਼ਾ ਲੈਣਾ ਬੜਾ ਔਖਾ, ਕਹਿੰਦੇ ਜੇਕਰ ਵੀਜ਼ਾ ਆ ਜਾਂਦਾ ਤਾਂ ਕਹਿੰਦੇ ਹੁਣ ਜਾਣਾ ਬੜਾ ਔਖਾ ਹੈ, ਜਿੰਨੀਆਂ ਮਹਿੰਗੀਆਂ ਟਿਕਟਾਂ ਹੋ ਗਈਆਂ ਨੇ। ਆਖਿਰਕਾਰ ਇਹ ਖੇਡ ਕੀ ਹੋ ਰਹੀ ਹੈ? ਕਿ ਵਾਕਈ ਏਅਰਲਾਈਨ ਨੇ ਮਹਿੰਗੀਆਂ ਕਰਤੀਆਂ ਕਿ ਜਾਂ ਇਹਦੇ ਵਿੱਚ ਇਨਵੈਸਟਰ ਆ ਗਏ ਨੇ? ਬੇਸਿਕਲੀ ਕੋਵਿਡ ਦੇ ਸਮੇਂ ਦੇ ਵਿੱਚ ਜਿਹੜਾ ਜਿੱਦਾਂ ਸੈਂਟਰਲ ਰਿਜ਼ਰਵੇਸ਼ਨ ਸਿਸਟਮ ਦੇ ਉੱਪਰ ਜਿੱਦਾਂ ਫੇਅਰ ਬੁਕਿੰਗ ਚੱਲਦਾ ਸੀ, ਸੋ ਉਹ ਹੈਂਪਰ ਹੋ ਗਿਆ ਸੀ ਉਦੋਂ। ਸੋ ਉਦੋਂ ਤੁਸੀਂ ਵੇਖਿਆ ਹੋਣਾ ਇੱਕ ਏਅਰ ਬਬਲ ਕ੍ਰੀਏਟ ਕੀਤਾ ਗਿਆ ਸੀ ਸਾਰੇ ਮੁਲਕਾਂ ਦੇ ਵਿੱਚ, ਖਾਸ ਕਰਕੇ ਜਿੱਥੋਂ ਅਸੀਂ ਇਵੈਕੂਏਸ਼ਨ ਕਰਾਉਣੀ ਸੀ ਜਾਂ ਜਿੱਥੋਂ ਰੈਸਕਿਊ ਕਰਨਾ ਸੀ। ਸੋ ਜਿਹੜਾ ਏਅਰ ਬਬਲ ਦੇ ਵਿੱਚ ਏਅਰਲਾਈਨਸ ਚੱਲਦੀਆਂ ਸੀ ਉਹ ਬੇਸਿਕਲੀ ਚਾਰਟਰਡ ਫਲਾਈਟ ਸੀਗੀਆਂ। ਉਸ ਤੋਂ ਬਾਅਦ ਕੀ ਹੋ ਗਿਆ ਕਿ ਏਅਰਲਾਈਨਸ ਬਹੁਤ ਘਾਟੇ 'ਚ ਰਹੀਆਂ। ਸੋ ਏਅਰਲਾਈਨਸ ਟੂਰਿਜ਼ਮ ਇੰਡਸਟਰੀ ਆ, ਇਹਦੇ 'ਚ ਬਹੁਤ ਜ਼ਿਆਦਾ ਸੈਂਸਿਟਿਵ ਹੈ। ਤੁਸੀਂ ਵੇਖਿਆ ਰਾਤੋਂ ਰਾਤ ਅਗਰ ਕਿਸੇ ਮੁਲਕ ਦੀ ਤਕਦੀਰ ਬਦਲਦੀ ਹੋਵੇ, ਟੂਰਿਜ਼ਮ ਕਰਕੇ ਬਦਲਦੀ ਹੈ, ਜਿੱਦਾਂ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਦੁਬਈ, ਹਾਂਗਕਾਂਗ, ਇੰਡੋਨੇਸ਼ੀਆ, ਇਹ ਰਾਤੋਂ ਰਾਤ ਬਦਲ ਗਏ। ਔਰ ਟੂਰਿਜ਼ਮ ਦੇ ਵਿੱਚ ਫਿਰ ਪੁੱਠੀ ਚਾਲ ਵੀ ਇੱਦਾਂ ਹੀ ਆ ਕਿ ਥੋੜ੍ਹਾ ਬਹੁਤ ਵੀ ਕਿਤੇ ਇੰਟਰਨੈਸ਼ਨਲੀ ਗਲੋਬਲੀ ਕੋਈ ਮਾਸਾ ਵੀ ਇਫੈਕਟ ਪਵੇ ਤਾਂ ਸਭ ਤੋਂ ਮੁੱਦੇ ਮੂੰਹ ਵੀ ਇਹ ਡਿੱਗਦਾ ਹੈ। 9/11 ਤੋਂ ਬਾਅਦ ਇੱਕ ਵਾਰੀ ਇੰਡਸਟਰੀ ਬਿਲਕੁਲ ਖਤਮ ਹੋ ਗਈ ਸੀ। ਸੋ ਜਿਹੜਾ ਕੋਵਿਡ ਦਾ ਅਸਰ ਹੈ ਉਹ ਬਹੁਤ ਜ਼ਿਆਦਾ ਪਿਆ। ਸੋ ਇਹਨਾਂ ਨੇ ਏਅਰਲਾਈਨਸ ਨੇ ਬਹੁਤ ਵੱਡੇ ਵੱਡੇ ਚੰਕ ਸੈੱਲ ਕਰਤੇ ਔਰ ਇਹਦੇ ਵਿੱਚ ਇਨਵੈਸਟਰਸ ਨੇ ਇਹ ਚੰਕ ਬਾਏ ਕੀਤੇ। ਸੋ ਇਹ ਬੇਸਿਕਲੀ ਪਹਿਲਾਂ ਤੁਹਾਡੇ ਕੋਲ ਸੀਟਸ ਦੀ ਅਵੇਲੇਬਿਲਿਟੀ ਦੇ ਅਕੋਰਡਿੰਗ ਸੀ, ਔਰ ਦੂਸਰਾ ਇਹਦੇ ਉੱਪਰ ਇੱਕ ਜੂਆ ਖੇਲਿਆ ਗਿਆ। ਜੂਆ ਨਹੀਂ, ਬੇਸਿਕਲੀ ਸੋਚਿਆ ਸਮਝਿਆ, ਬਿਕੋਜ਼ ਚਾਹੇ ਕੈਨੇਡਾ ਖਬਰਾਂ 'ਚ ਬੰਦ ਹੋ ਜਾਏ ਚਾਹੇ ਚੱਲਦਾ ਰਹੇ, ਬਟ ਕੈਨੇਡਾ ਬਹੁਤ ਕੰਸਿਸਟੈਂਟ ਆ। ਕੈਨੇਡਾ ਕਦੀ ਘਟਿਆ ਵਧਿਆ ਨਹੀਂ ਆ। ਕੈਨੇਡਾ 1.5 ਲੱਖ ਸਟੂਡੈਂਟ ਹਰ ਸਾਲ ਜਾਂਦਾ ਆ, ਔਰ ਕੋਵਿਡ ਵਾਲੇ ਸਮੇਂ ਦੇ ਵਿੱਚ ਜਦੋਂ ਵੀਜ਼ਾਸ ਹੈਂਪਰ ਹੋਏ ਆ ਉਦੋਂ 2.5 ਲੱਖ ਵੀ ਗਿਆ ਆ। ਸੋ ਉਹਦੇ ਵਿੱਚੋਂ ਵੱਡੀ ਗਿਣਤੀ ਪੰਜਾਬ ਦੇ ਸਟੂਡੈਂਟਸ ਦੀ, ਘੱਟੋ ਘੱਟ 60% ਸਟੂਡੈਂਟ ਇਕੱਲੇ ਕੈਨੇਡਾ ਹੀ ਅਪਲਾਈ ਕਰਦੇ ਆ। ਸੋ ਸਭ ਤੋਂ ਵੱਡਾ ਜਿਹੜਾ ਤਬਕਾ ਆ ਕੈਨੇਡਾ ਜਾਣ ਵਾਲਾ ਪੰਜਾਬ ਦੇ ਲੋਕ ਹੀ ਨੇ। ਸੋ ਇਸ ਚੀਜ਼ ਦੇ ਉੱਪਰ ਟਰਸਟ ਕਰਦੇ ਕਿ ਕੈਨੇਡਾ ਨੇ ਇੱਕ ਸਾਲ 'ਚ ਇੰਨੇ ਵੀਜ਼ੇ ਤਾਂ ਪੱਕੇ ਹੀ ਦੇਣੇ ਆ। ਇਹਦੇ ਉੱਪਰ ਦਾ ਖੇਲਿਆ ਗਿਆ, ਇਹਦੇ ਉੱਪਰ ਇਨਵੈਸਟਮੈਂਟਸ ਕੀਤੀਆਂ ਗਈਆਂ। ਸੋ ਇਹ ਮਹੀਨੇ ਦਰ ਮਹੀਨੇ ਇਨਟੇਕ ਵਾਈਜ਼ ਇਹ ਸਲੋਟਸ ਚੱਕੇ ਗਏ। ਸੋ ਇਹ ਪਹਿਲਾਂ ਵੀ ਇਹ ਕੋਈ ਨਵੀਂ ਚੀਜ਼ ਨਹੀਂ ਹੈ। ਅਗਰ ਅਸੀਂ ਕਹੀਏ ਪੂਰੀ ਦੁਨੀਆ 'ਚ ਫਿਕਸ ਡਿਪਾਰਚਰਸ ਹੁੰਦੇ ਆ। ਫਿਕਸ ਡਿਪਾਰਚਰ ਵਿੱਚ ਤੁਸੀਂ ਇੱਕ ਪਰਟੀਕੂਲਰ ਫਲਾਈਟ ਬੁੱਕ ਕਰ ਲੈਂਦੇ ਹੋ, ਉਹਦੀਆਂ ਸਾਰੀਆਂ ਸੀਟਾਂ ਬੁੱਕ ਕਰ ਲੈਂਦੇ ਹੋ ਸਸਤੇ ਭਾਅ 'ਤੇ, ਔਰ ਉਹ ਬੇਸਿਕਲੀ ਤਰੀਕਾ ਹੁੰਦਾ ਸੀ ਕਿ ਜਿਹਦੇ ਵਿੱਚ ਅਸੀਂ ਅਫੋਰਡੇਬਿਲਟੀ ਵਧਾਉਣੀ ਆ ਕਲਾਇੰਟ ਦੀ। ਬਟ ਇੱਥੇ ਪਹਿਲੀ ਵਾਰੀ ਇਹ ਪ੍ਰੋਫਿਟ ਮੈਕਸੀਮਾਈਜੇਸ਼ਨ ਲਈ ਕੀਤਾ ਗਿਆ ਕਿ ਆਪਣਾ ਫਾਇਦਾ ਕਿੱਦਾਂ ਵਧਾ ਸਕੀਏ। ਔਰ ਯੈਸ, ਸਟੂਡੈਂਟਸ ਵਿੱਚ ਸਭ ਤੋਂ ਪਹਿਲਾਂ ਹਿੱਟ ਹੋਏ ਬਿਕੋਜ਼ ਸਭ ਤੋਂ ਵੱਡਾ ਅਸਰ ਸਟੂਡੈਂਟਸ 'ਤੇ ਹੀ ਆ।
ਆਮ ਬੰਦਾ ਇਸ ਹਿਸਾਬ ਨਾਲ ਟਰੈਵਲ ਕਰ ਲੈਂਦਾ ਕਿ ਚੱਲ ਯਾਰ ਅਗਲੇ ਮਹੀਨੇ ਟਿਕਟ ਸਸਤੀ ਹੋਏਗੀ ਉਦੋਂ ਜਾਵਾਂਗੇ। ਸਟੂਡੈਂਟ ਨੂੰ ਚਾਹੇ 10 ਲੱਖ ਦੀ ਮਿਲੇ, ਚਾਹੇ 2 ਲੱਖ ਦੀ ਮਿਲੇ, ਚਾਹੇ 50,000 ਦੀ ਮਿਲੇ, ਸਟੂਡੈਂਟ ਤਾਂ ਇਮੀਡੀਏਟਲੀ ਫਲਾਈ ਕਰਨਾ ਹੀ ਕਰਨਾ ਆ। ਸੋ ਇਹ ਕਰੀਅਰ ਵਾਂਗੂ ਆ ਕਿ ਜਿਹਨੇ ਆਪਣਾ ਜਾ ਕੇ ਸੁਪਨੇ ਸੰਜੋਏ ਆ, ਵੀਜ਼ੇ ਲਈ ਇੰਨਾ ਇੰਤਜ਼ਾਰ ਕੀਤਾ ਆ, ਸੋ ਉਹਨੇ ਵੇਟ ਨਹੀਂ ਕਰਨੀ। ਔਰ ਸਾਈਕੋਲੋਜੀਕਲੀ ਫਰਕ ਨਹੀਂ ਪੈਂਦਾ ਸਟੂਡੈਂਟ ਨੂੰ, ਬਿਕੋਜ਼ ਉਹ ਅਸੀਂ ਬਾਏ ਕਰਨ ਵਾਲੇ ਤਰੀਕੇ ਨਾਲ ਹੀ ਵੇਖਦੇ ਕਿ ਲੈਣੀ ਤਾਂ ਹੈ ਹੀ ਆ, ਮਹਿੰਗੀ ਹੋਵੇ ਸਸਤੀ ਹੋਵੇ, ਬਟ ਅਸਲ ਦੇ ਵਿੱਚ ਇਕਨੋਮਿਕਲੀ ਫਰਕ ਸਟੂਡੈਂਟਸ ਦਾ ਜਿਹੜਾ ਕੋਸਟ ਹੈ ਉਹ ਦਿਨ ਰਾਤ ਵੱਧਦੀ ਜਾਂਦੀ ਹੈ। ਸੋ ਸਟੂਡੈਂਟਸ ਦੇ ਉੱਪਰ ਭਾਰ ਕਾਫੀ ਹੋ ਗਿਆ, ਡਾਲਰ ਦੇ ਪ੍ਰਾਈਸ ਮਹਿੰਗੇ ਹੋ ਗਏ ਆ, ਫੀਸਾਂ ਸਾਲ ਦੀ GIC ਜਾਂਦਾ ਹੈ, ਨਾਲ ਸਾਲ ਦੀ ਫੀਸ ਜਾਂਦੀ ਹੈ, ਉਤੋਂ ਜਿਹੜਾ ਹੁਣ ਮਸਲਾ ਬਣ ਗਿਆ ਟਿਕਟਾਂ ਮਹਿੰਗੀਆਂ ਨੇ। ਸੋ ਸਟੂਡੈਂਟ ਉੱਪਰ ਭਾਰ ਤਾਂ ਹੈਗਾ ਹੀ ਆ, ਪਰ ਪ੍ਰਭਾਵ ਵੀ ਕਿੰਨੇ ਕੁ ਕਰਦੇ ਆ। ਕੋਵਿਡ ਤੋਂ ਹੀ ਚੱਲਦਾ ਆ ਰਿਹਾ, ਜੇਕਰ ਨਜ਼ਰ ਮਾਰੀ ਤਾਂ 3 ਕੁ ਸਾਲ ਪਹਿਲਾਂ ਜਿਹੜੀ ਸੀਗੀ ਉਹ 1.25 ਲੱਖ 1.5 ਲੱਖ ਦੇ ਕਰੀਬ 2-3 ਟਿਕਟਾਂ ਆ ਜਾਂਦੀਆਂ ਸੀਗੀਆਂ, ਤਾਂ ਹੁਣ ਜਿਹੜੀ ਆ ਉਹ 1.5 ਲੱਖ ਦੇ ਵਿੱਚ ਇੱਕ ਟਿਕਟ ਵੀ ਨਹੀਂ ਗਈ ਆਉਂਦੀ। ਤਾਂ ਇਹ ਜਿਹੜਾ ਸਿੱਧਾ ਕਾਰਨ ਜਿਹੜਾ ਹਿੱਟ ਹੋਇਆ ਉਹ ਕੈਨੇਡਾ ਹੀ ਕਿਉਂ ਹੋਇਆ? ਬਾਕੀ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ, ਅਮਰੀਕਾ, ਉਹਨਾਂ 'ਤੇ ਕਿਉਂ ਇੰਨਾ ਜ਼ਿਆਦਾ ਅਸਰ ਨਹੀਂ ਹੋਇਆ? ਕਿਉਂਕਿ ਕੈਨੇਡਾ ਸਭ ਤੋਂ ਵੱਧ ਆਟੋਮੇਸ਼ਨ ਦੇ ਉੱਪਰ ਆ। ਕੈਨੇਡਾ ਅੱਜ ਵੀ ਉਹ ਅੰਬੈਸੀ ਆ ਜਿਹੜੀ 6 ਬੈਂਡ ਈਚ ਵਾਲੇ ਨੂੰ ਸਟੂਡੈਂਟ ਉਹਨੂੰ ਵੀਜ਼ਾ ਮਨਾ ਨਹੀਂ ਕਰਦੀ। ਸੋ ਜਦੋਂ ਸਾਡੀ ਇੰਡਸਟਰੀ ਦੇ ਵਿੱਚ ਲੋਕਾਂ ਨੇ ਪੁੱਠੇ ਸਿੱਧੇ ਦਾਅ ਲਾ ਕੇ ਵੀਜ਼ਾ ਫਾਈਲਸ ਜ਼ਿਆਦਾ ਅਪਲਾਈ ਕੀਤੀਆਂ, ਨੋਨ SGS ਕੇਸ ਜ਼ਿਆਦਾ ਅਪਲਾਈ ਕੀਤੇ, 5.5 ਵਾਲੇ ਕੇਸ ਜ਼ਿਆਦਾ ਅਪਲਾਈ ਕੀਤੇ, ਉਦੋਂ ਰਿਜੈਕਸ਼ਨਸ ਜ਼ਿਆਦੀਆਂ ਨੇ। ਪਰ ਪਹਿਲਾਂ ਇਹਨਾਂ ਦੇ ਵੀਜ਼ਾ ਆ ਜਾਂਦਾ ਸੀ, ਹੁਣ SGS ਪ੍ਰੋਫਾਈਲਸ ਉੱਪਰ ਵੀਜ਼ਾ ਆਉਂਦਾ ਆ। ਪਰ ਸਭ ਤੋਂ ਜਿਹੜੀ ਮਜ਼ੇਦਾਰ ਗੱਲ ਆ ਉਹ ਇਹ ਆ ਕਿ ਇਸ ਇੰਡਸਟਰੀ 'ਚ ਸਭ ਕੁਝ ਆਟੋਮੇਸ਼ਨ 'ਤੇ ਆ। ਸੋ ਸਟੂਡੈਂਟ ਨੂੰ ਨਾ ਕੋਈ ਇੰਟਰਵਿਊ ਨਾ ਕੋਈ ਕੁਛ, ਅਗਰ ਤੁਹਾਡੇ ਕੋਲ ਬੈਂਡ ਚੰਗੇ ਆ ਤਾਂ ਵੀਜ਼ਾ ਆ ਜਾਣਾ ਆ। ਫਿਰ ਇਹ ਇਕਲੌਤੀ ਅੰਬੈਸੀ ਆ, ਅਗਰ ਤੁਹਾਡਾ ਵੀਜ਼ਾ 2-4 ਵਾਰੀ ਰਿਫਿਊਜ਼ ਵੀ ਹੋਇਆ ਤਾਂ ਵੀ ਵੀਜ਼ਾ ਦੇ ਦਿੰਦੇ ਆ। ਸੋ ਕੈਨੇਡਾ ਅੰਬੈਸੀ ਦੇ ਵਿੱਚ ਰੀਫਾਈਲਿੰਗ ਦੇ ਵਿੱਚ ਵੀ ਵੀਜ਼ਾ ਲੈ ਸਕਦੇ ਹੋ ਤੁਸੀਂ। ਆਸਟ੍ਰੇਲੀਆ 'ਚ ਕੇਸ ਇੱਕ ਵਾਰੀ ਉੜ ਗਿਆ, UK 'ਚ ਇੱਕ ਵਾਰੀ ਕੇਸ ਉੜ ਗਿਆ, ਦੁਬਾਰਾ ਵੀਜ਼ਾ ਨਹੀਂ ਲੈ ਸਕਦੇ। ਸੋ ਇਸ ਪੋਜ਼ਿਟਿਵਿਟੀ ਨੂੰ ਇਨਕੈਸ਼ ਕੀਤਾ ਗਿਆ ਕਿ ਕੈਨੇਡਾ ਨੇ ਵੀਜ਼ਾ ਤੇ ਦੇਣਾ ਹੀ ਦੇਣਾ ਆ, ਕੈਨੇਡਾ ਸਟੂਡੈਂਟ ਨੇ ਤੇ ਜਾਣਾ ਹੀ ਜਾਣਾ ਆ। ਔਰ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਜਿਹੜੀ ਡਿਮਾਂਡ ਹੈ ਉਹ ਛੇਤੀ ਕਿਤੇ ਖਤਮ ਹੋਣ ਵਾਲੀ ਨਹੀਂ ਹੈ। ਕੈਨੇਡਾ ਅਗਰ 40-50 ਸਾਲ ਵੀ ਇਸ ਰਫਤਾਰ ਦੇ ਉੱਪਰ ਆਪਣੇ ਭਰਦਾ ਰਹੇ ਤਾਂ ਕੈਨੇਡਾ ਕਦੀ ਭਰਨ ਵਾਲਾ ਨਹੀਂ ਆ, ਕਿਉਂਕਿ ਜਿੰਨੇ ਲੋਕ ਜਾਂਦੇ ਆ, ਜਿੰਨੇ ਸਟੂਡੈਂਟਸ ਜਾਂਦੇ ਆ, ਇਹ ਵਿਨ ਸਿਚੁਏਸ਼ਨ ਆ ਕੈਨੇਡਾ ਲਈ। ਕੈਨੇਡਾ ਓਨਾ ਵਸ ਰਿਹਾ ਹੈ, ਕੈਨੇਡਾ ਓਨਾ ਆਬਾਦ ਹੋ ਰਿਹਾ ਆ, ਔਰ ਕੈਨੇਡਾ ਦੇ ਰਿਸੋਰਸਿਸ ਓਨੇ ਚੰਗੇ ਤਰੀਕੇ ਨਾਲ ਯੂਟੀਲਾਈਜ਼ ਹੋ ਰਹੇ ਆ। ਔਰ ਕੈਨੇਡਾ ਦੀ ਇਕੋਨਮੀ ਵਿੱਚ ਸਭ ਤੋਂ ਵੱਡੀ ਕੰਟਰੀਬਿਊਸ਼ਨ ਸਟੂਡੈਂਟਸ ਦੀ ਪੈਸੇ ਦੀ ਹੈ। ਸੋ ਇਮੀਗ੍ਰੇਸ਼ਨ ਸਭ ਤੋਂ ਵੱਡਾ ਡਿਪਾਰਟਮੈਂਟ ਬਣ ਗਿਆ ਆ। ਅੱਜ ਤੁਸੀਂ ਵੇਖਿਆ ਮਿਨਿਸਟਰ ਨੂੰ ਚੇਂਜ ਹੋਣਾ ਪਿਆ ਸਿਰਫ ਇਸ ਕਰਕੇ ਕਿ ਫਾਈਲਾਂ ਡਿਲੇ ਹੋ ਰਹੀਆਂ। ਉਸ ਤੋਂ ਬਾਅਦ ਨਵਾਂ ਮਿਨਿਸਟਰ ਜੁਆਇਨ ਕੀਤਾ, ਉਹਨਾਂ ਨੇ ਪਹਿਲੀ ਸ਼ਰਤ ਇਹ ਰੱਖੀ ਕਿ ਸਾਨੂੰ $85 ਮਿਲੀਅਨ ਦਿੱਤਾ ਜਾਵੇ, ਮਨਜ਼ੂਰੀ ਮਿਲ ਗਈ। 500 ਬੰਦਾ ਇਮੀਡੀਏਟਲੀ ਉਸੇ ਟਾਈਮ ਹਾਇਰ ਕੀਤਾ। ਸੋ ਕੱਲ੍ਹ ਪਰਸੋਂ ਫਿਰ 1250 ਬੰਦਾ ਨਵਾਂ ਰੱਖਣ ਦੀ ਗੱਲਬਾਤ ਹੋ ਰਹੀ ਹੈ। ਤੁਸੀਂ ਵੇਖੋ ਕੈਨੇਡਾ ਦੀ ਕੈਬਨਿਟ ਦਾ ਇੱਕ ਵੱਡਾ ਹਿੱਸਾ ਇਮੀਗ੍ਰੇਸ਼ਨ ਜਿਹੜੀ ਮਿਨਿਸਟਰੀ ਆ ਉਹਨੂੰ ਐਡਵਾਈਜ਼ ਕਰਨ 'ਤੇ ਲਾਤਾ ਹੈ। ਸੋ ਇੱਕ ਕਮੇਟੀ ਬਣਾ ਦਿੱਤੀ ਗਈ ਵੀ ਜਿਹੜੀ ਇਕੱਲਾ ਜਿੰਨੇ ਉਹ ਵੀ ਮੰਤਰੀਆਂ ਦੀ, ਕੈਬਨਿਟ ਮਿਨਿਸਟਰਾਂ ਦੀ, ਕਿ ਤੁਸੀਂ ਆਪਣੇ ਪੋਰਟਫੋਲੀਓ 'ਤੇ ਵੇਖ ਰਹੇ ਹੋ, ਨਾਲ ਦੀ ਨਾਲ ਤੁਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਅਸਿਸਟ ਕਰਨਾ ਆ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕੈਨੇਡਾ ਆਪਣੀ ਕ੍ਰੈਡੀਬਿਲਿਟੀ ਨਹੀਂ ਗਵਾਉਣ ਲੱਗਾ ਜੋ ਉਹਨੇ ਇੰਨੇ ਸਾਲਾਂ 'ਚ ਹਾਸਲ ਕੀਤੀ ਆ ਇੱਕ ਚੰਗੇ ਇਮੀਗ੍ਰੈਂਟ ਮੁਲਕ ਵਾਲੀ। ਅੱਛਾ, ਇਸੇ ਕਾਰਨ ਫਿਰ ਮੈਨੂੰ ਲੱਗਦਾ ਕਿ ਇਨਵੈਸਟਰ ਨੇ ਜਿਹੜਾ ਉਹ ਪੈਸਾ ਇਨਵੈਸਟ ਕਰਨਾ ਸ਼ੁਰੂ ਕਰਤਾ। ਜੇਕਰ ਆਸਾਨ ਭਾਸ਼ਾ 'ਚ ਦਰਸ਼ਕਾਂ ਨੂੰ ਸਮਝਾਈਏ ਤਾਂ ਸਪੋਜ਼ ਕਰੋ ਕਿ ਜੇਕਰ ਕਿਸੇ ਇਨਵੈਸਟਰ ਨੇ 100 ਟਿਕਟਾਂ ਲੈ ਲਈਆਂ, ਚਾਹੇ ਉਹਨੇ 50 ਰੁਪਏ ਦੀ ਟਿਕਟ ਲੈ ਲਈ ਹੈ, ਤਾਂ ਉਹਦੇ ਕੋਲ 100 ਟਿਕਟਾਂ ਹੈਗੀਆਂ ਨੇ। ਜਦੋਂ ਸਾਨੂੰ ਜ਼ਰੂਰਤ ਪਈ ਤਾਂ ਉਹਦੀ ਮਰਜ਼ੀ ਹੈ ਕਿ ਹੁਣ ਉਹਨੇ ਚਾਹੇ 50 ਦੀ 60 ਦੀ ਦੇਣੀ ਹੈ, ਚਾਹੇ 100 ਦੀ ਦੇਣੀ ਹੈ, ਚਾਹੇ 150 ਦੀ ਦੇਣੀ ਹੈ। ਇਵੇਂ ਚੱਲਦੀ ਹੈ ਗੇਮ। ਬਿਲਕੁਲ, ਇਹ ਸਟਾਕ ਬੇਸਿਕਲੀ ਤੁਹਾਡੇ ਕੋਲ ਇਨਟੇਕ ਵਾਈਜ਼ ਮਹੀਨੇ ਵਾਈਜ਼ ਸਟਾਕ ਚੱਕੇ ਪਏ ਨੇ। ਸੋ ਸਟਾਕਸ ਲਿਫਟਡ ਨੇ ਆਲਰੇਡੀ, ਔਰ ਉਸੇ ਤਰੀਕੇ ਨਾਲ ਜਿਹੜੀਆਂ ਫਲਾਈਟਸ ਨੇ ਸਟੂਡੈਂਟਸ ਨੂੰ ਲੈਣੀਆਂ ਪੈ ਰਹੀਆਂ। ਔਰ ਯੈਸ, ਇਹ ਵੀ ਇੱਕ ਕੰਸੈਂਸਸ ਬਣਾ ਲਿਆ ਗਿਆ ਵੀ ਚਲੋ 1,60,000, 1.5 ਲੱਖ ਜਾਂ 1,70,000 ਕੁਛ ਇੱਦਾਂ ਦਾ ਪ੍ਰਾਈਸਿਸ ਤੈਅ ਕਰ ਲਏ ਕਿ ਹੁਣ ਸਟੂਡੈਂਟਸ ਨੂੰ ਲਗਭਗ ਇਸ ਤੋਂ ਥੱਲੇ ਟਿਕਟਾਂ ਸਸਤੀਆਂ ਨਹੀਂ ਮਿਲਣ ਵਾਲੀਆਂ। ਅੱਛਾ, ਇਹਦੇ ਵਿੱਚ ਤੁਹਾਨੂੰ ਤਾਂ ਚਲੋ ਜ਼ਿਆਦਾ ਡੂੰਘਾਈ ਦੇ ਨਾਲ ਇਹ ਚੀਜ਼ਾਂ ਦੀ ਨੌਲੇਜ ਹੋਊਗੀ, ਤੇ ਇਨਵੈਸਟਰ ਨੂੰ ਇਹ ਵੈਸੇ ਕਿੰਨੇ ਕੁ ਪੈਸੇ ਦੀ ਜਿਹੜੀ ਟਿਕਟ ਹੁੰਦੀ ਹੈ ਜਦੋਂ ਇਨਵੈਸਟਰ ਪੈਸੇ ਇਨਵੈਸਟ ਕਰਕੇ ਲੈਂਦਾ, ਤੇ ਉਸ ਤੋਂ ਬਾਅਦ ਜਿਹੜੀ ਵੇਚਦਾ ਤਾਂ ਆਪਾਂ ਨੂੰ ਪਤਾ ਹੀ ਹੈ ਕਿੰਨੇ ਦੀ ਵੇਚ ਰਿਹਾ। ਬੇਸਿਕਲੀ ਇਹ ਤਾਂ ਤੁਹਾਡੀ ਡੀਲ ਹੈ ਕਿ ਤੁਸੀਂ ਡੀਲ ਕਿਸ ਤਰੀਕੇ ਨਾਲ ਕੀਤੀ, ਕਦੋਂ ਕੀਤੀ, ਬਿਕੋਜ਼ ਇਹ ਨੈਗੋਸ਼ੀਏਸ਼ਨ ਆ, ਇੱਕ ਤਰੀਕੇ ਦਾ ਲਾਈਕ ਬਿਜ਼ਨਸ ਟ੍ਰਾਂਜੈਕਸ਼ਨ ਆ। ਤੁਸੀਂ ਜਿਸ ਤਰੀਕੇ ਨਾਲ ਜਦੋਂ ਤੁਸੀਂ ਲਾਈਕ ਡੀਲ ਕਰੈਕ ਕਰ ਲਈ, ਉਦੋਂ ਤੁਸੀਂ ਕਿੱਦਾਂ ਕੀਤੀ, ਤੁਹਾਡੀ ਆਪਣੀ ਹਿੰਮਤ ਹੈ। ਮੈਨੂੰ ਇੱਕ ਇਨਸੀਡੈਂਟ ਯਾਦ ਆ ਕਿ ਮੈਨੂੰ ਵੀ ਇੱਕ ਵਾਰੀ ਆਫਰ ਆਈ ਸੀ ਸੇਮ ਇਸੇ ਤਰੀਕੇ ਨਾਲ ਕਿ ਤੁਸੀਂ ਕਿ ਸੈਪਟੰਬਰ ਨਿਬੜ ਗਿਆ, ਅਕਤੂਬਰ ਨਿਬੜ ਗਿਆ, ਸੋ ਜਨਵਰੀ ਜਾਂ ਫਰਵਰੀ ਦਾ ਸਟਾਕ ਅਵੇਲੇਬਲ ਹੈ।
ਔਰ ਉਸ ਟਾਈਮ ਤੋਂ ਕੋਈ ਅੰਦਾਜ਼ਨ 80,000 ਰੁਪਏ ਦਾ ਦੱਸਿਆ ਸੀ ਕਿ ਪਰ ਟਿਕਟ ਤੁਸੀਂ ਸਾਡੇ ਕੋਲ ਜਿਹੜਾ ਚੰਕ ਆ ਚੱਕ ਸਕਦੇ ਹੋ। ਬਟ ਇਹ ਐਗਜ਼ੈਕਟਲੀ ਜਿਹਨਾਂ ਡੀਲ ਕਰੈਕ ਕੀਤੀਆਂ ਜਿਹੜੇ ਬਿਜ਼ਨਸ ਕਰ ਰਹੇ ਇਹ ਬੇਸਿਕਲੀ ਉਹਨਾਂ ਤੱਕ ਹੀ ਸੀਮਤ ਹੈ। ਅੱਛਾ, ਜਾਣੀ ਕਿ ਇਹਦੇ ਵਿੱਚ ਵੀ ਜੇਕਰ ਦੇਖਿਆ ਜਾਏ ਤਾਂ ਅੱਧੋ ਅੱਧ ਦਾ ਜਿਹੜਾ ਫਰਕ ਪੈ ਗਿਆ, ਇਨਵੈਸਟਰ ਦੇ ਕੋਲ ਜ਼ਿਆਦਾ ਪੈਸਾ ਜਾਣ ਲੱਗਿਆ, ਇਹਦਾ ਬੋਝ ਜਿਹੜਾ ਉਹ ਸਟੂਡੈਂਟ ਤੇ ਜਾਂ ਕੈਨੇਡਾ ਜਾਣ ਵਾਲਿਆਂ ਤੇ ਪੈ ਗਿਆ। ਹਾਂ ਬਿਲਕੁਲ, ਕਿਉਂਕਿ ਅਲਟੀਮੇਟਲੀ ਜਿਹੜਾ ਜਿਹਨੂੰ ਸਭ ਤੋਂ ਵੱਧ ਨੁਕਸਾਨ ਹੋਣਾ ਉਹ ਲਾਸਟ ਬੈਨੀਫਿਸ਼ਰੀ ਆ। ਸੋ ਵਿਚਲੇ ਕੀ ਕਰ ਰਹੇ ਨੇ, ਕੀ ਕਮਾ ਰਹੇ ਨੇ, ਉਹ ਬਿਕੋਜ਼ 에ਅਰਲਾਈਨ ਨੇ ਇੱਕ ਥੋੜਾ ਸੇਫ ਪਲੇ ਕਰਨਾ ਸ਼ੁਰੂ ਕਰਤਾ ਵੀ ਫਿਰ ਬੰਦ ਹੋ ਗਏ, ਫਿਰ ਪਤਾ ਨਹੀਂ ਕੀ ਹੋਣਾ ਆ। ਸੋ ਸਟਾਕਸ ਵੇਚੇ ਗਏ। ਸੋ ਇਸੇ ਤਰੀਕੇ ਨਾਲ ਕਿਸੇ ਨੇ ਭਰੋਸਾ ਕਰਕੇ ਪੈਸੇ ਦਾਅ 'ਤੇ ਲਾਏ। ਸੋ ਆਬਵੀਅਸਲੀ ਜਿਹਨੇ ਦਾਅ 'ਤੇ ਲਾਏ ਉਹ ਕਮਾਏਗਾ ਤਾਂ ਸਹੀ। ਬਿਲਕੁਲ, 에ਅਰਲਾਈਨ ਵੀ ਜਿਹੜੀ ਸੇਫ ਖੇਡਣ ਲੱਗੀ। ਅੱਛਾ, ਇਹਦਾ ਕੋਈ ਲੱਗਦਾ ਹੱਲ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ 에ਅਰਲਾਈਨ ਨੇ ਤਾਂ ਰੇਟ ਵਧਾਏ ਨਹੀਂ, 에ਅਰਲਾਈਨ ਦੇ ਤੇ ਉਹਨੇ ਨੇ ਅੱਜ ਵੀ, ਲੱਗਦਾ ਕਿ ਇਹਦੇ ਤੋਂ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਜਾਂ ਕੋਈ ਤਰੀਕਾ ਹੈਗਾ ਜਿਹਦੇ ਨਾਲ ਲੋਕਾਂ ਨੂੰ ਇਹ ਟਿਕਟ ਸਸਤੀ ਮਿਲ ਸਕਦੀ? ਜਨਵਰੀ ਤੱਕ ਤੇ ਫਿਲਹਾਲ ਕੁਝ ਨਹੀਂ ਦਿਸ ਰਿਹਾ, ਬਿਕੋਜ਼ ਜਨਵਰੀ ਤੱਕ ਤੇ ਚੀਜ਼ਾਂ ਇਦਾਂ ਹੀ ਦਿਸ ਰਹੀਆਂ ਨੇ। ਹਾਂ, ਉਸ ਤੋਂ ਬਾਅਦ ਪੋਸੀਬਿਲਿਟੀ ਹੈਗੀ ਆ, ਬਿਕੋਜ਼ ਅਲਟੀਮੇਟਲੀ ਜਿਹੜਾ ਇੱਕ ਤਰੀਕਾ ਆ ਕੰਮ ਕਰਨ ਦਾ, ਵਪਾਰ ਜਿਹੜਾ ਰੈਗੂਲਰ ਹੈ ਉਹ ਤਾਂ ਹੋਣਾ ਹੀ ਆ। ਸੋ ਹਾਲੇ 에ਅਰਲਾਈਨਸ ਵੀ 100% ਕਪੈਸਿਟੀ ਦੇ ਉੱਪਰ ਫਲਾਈ ਕਰਨੀਆਂ ਸ਼ੁਰੂ ਨਹੀਂ ਹੋਈਆਂ। ਸੋ ਹੌਲੀ ਹੌਲੀ 100% ਕਪੈਸਿਟੀ ਦੇ ਉੱਪਰ 에ਅਰਲਾਈਨਸ ਗਰੋ ਕਰਨ ਲੱਗ ਪੈਣੀਆਂ। ਸੋ ਜਿੱਦਾਂ ਹੀ ਪਲੇਅਰ ਨਵੇਂ ਆ ਗਏ, ਜਦੋਂ ਨਵਾਂ ਸਮਾਂ ਆ ਗਿਆ, ਉਦੋਂ ਚੀਜ਼ਾਂ ਰੈਗੂਲਰ ਹੋਣੀਆਂ। ਇਹ ਇੱਦਾਂ ਲਗਾਤਾਰ ਰਹਿ ਨਹੀਂ ਸਕਦਾ। ਇਹ ਤਾਂ ਸਿਰਫ ਬਿਕੋਜ਼ ਜਦੋਂ ਕਿਸੇ ਨੇ ਯਕੀਨ ਨਹੀਂ ਦਿਖਾਇਆ ਇਸ ਸਮੇਂ ਦੇ ਉੱਪਰ ਤੇ ਪਰਟੀਕੂਲਰ ਸੈਗਮੈਂਟ ਚੱਕਿਆ ਗਿਆ, ਬਟ ਇਹ ਸਦਾ ਇੱਦਾਂ ਰਹੂਗਾ, ਇੱਦਾਂ ਦੀ ਕੋਈ ਗੁੰਜਾਇਸ਼ ਨਹੀਂ ਹੈਗੀ। ਅੱਛਾ ਇਹਨਾਂ ਜੀ, ਇੱਕ ਚਰਚਾ ਹੋਰ ਬੜੀ ਚੱਲਦੀ ਹੁਣ, ਕਹਿੰਦੇ ਨੇ ਕਿ ਕੈਨੇਡਾ ਦੇ ਕੋਲ ਫਾਈਲਾਂ ਬੜੀਆਂ, ਬੈਕਲੌਗ ਬਹੁਤ ਜ਼ਿਆਦਾ ਪਿਆ। ਕਹਿੰਦੇ ਹੁਣ ਜਿਹੜਾ ਉਹ ਵੀਜ਼ਾ ਆਸਾਨੀ ਦੇ ਨਾਲ ਨਹੀਂ ਮਿਲਦਾ, ਕਹਿੰਦੇ ਇਸੇ ਕਾਰਨ ਰਿਫਿਊਜ਼ਲ ਕਹਿੰਦੇ ਆ ਰਹੀ ਹੈ। ਤੇ ਕੈਨੇਡਾ ਨੇ, ਕਹਿੰਦੇ ਇਹ ਵੀ ਚਰਚਾ ਚੱਲਦੀਆਂ, ਕਹਿੰਦੇ ਨੇ ਕਿ ਕੈਨੇਡਾ ਨੇ ਵੀਜ਼ਾ ਦੇਣੇ ਬੰਦ ਕਰਤਾ। ਕਿੰਨੀ ਕੁ ਸੱਚਾਈ ਇਹਦੇ 'ਚ? ਸਿੰਘ ਸਾਹਿਬ, ਅਸਲ 'ਚ ਕੈਨੇਡਾ ਬੰਦ ਕਦੀ ਵੀ ਨਹੀਂ ਹੋ ਸਕਦਾ। ਸੋ ਇਹ ਇੱਕ ਤਰੀਕੇ ਨਾਲ ਅਸੀਂ ਮਾਰਕੀਟਿੰਗ ਕਰਦੇ ਹਾਂ। ਸੋ ਮਾਰਕੀਟਿੰਗ ਦਾ ਇੱਕ ਅਲੱਗ ਪੱਖ ਆ ਪੂਰੇ ਇੰਡੀਆ ਦੇ ਵਿੱਚ। ਜਦੋਂ ਤੋਂ ਅਸੀਂ ਵੇਖਿਆ ਗੋਰੇ ਹੋਣ ਵਾਲੀਆਂ ਕਰੀਮਾਂ ਵਿਕਦੀਆਂ ਰਹੀਆਂ ਆ, ਪਰ ਇੰਡੀਆ ਦਾ ਰੰਗ ਕਿੰਨਾ ਕੁ ਬਦਲ ਗਿਆ। ਸੋ ਮਾਰਕੀਟਿੰਗ ਦਾ ਐਂਗਲ ਹਮੇਸ਼ਾ ਅਲੱਗ ਰਹਿਣਾ ਆ। ਅੰਬੈਸੀ ਕਦੀ ਕਿਸੇ ਦੇ ਕਹਿਣ 'ਤੇ ਨਾ ਤਾਂ ਬੰਦ ਹੋਣ ਲੱਗੀ ਆ, ਨਾ ਕਿਸੇ ਦੇ ਕਹਿਣ 'ਤੇ ਖੁੱਲ੍ਹਣ ਲੱਗੀ ਆ। ਇਹ ਅਸੀਂ ਸਟਾਈਲ ਆਫ ਮਾਰਕੀਟਿੰਗ ਆ ਕਿ ਜਦੋਂ ਸਾਨੂੰ ਮੇਰੇ ਤਰੀਕੇ ਨਾਲ ਹੱਲ ਨਹੀਂ ਮਿਲ ਰਿਹਾ, ਸਪੋਜ਼ ਮੈਂ 400-500 ਫਾਈਲ ਲਈ ਇਹ ਕਹਿ ਕੇ ਕਿ ਮੈਂ ਜੂਆ ਖੇਲ ਰਿਹਾ, ਮੈਂ ਪੈਸੇ ਤੁਹਾਡੇ ਕੋਲ ਬਾਅਦ 'ਚ ਲੈ ਲੂੰ, ਕੁਛ ਨਾ ਕੁਛ ਕਹਿ ਕੇ ਤੁਸੀਂ ਫਾਈਲਾਂ ਚੱਕ ਲਈਆਂ। ਅੱਜ ਤੁਹਾਡੇ ਕੋਲ ਜਿਹੜੇ ਮਾੜੇ ਪ੍ਰੋਫਾਈਲਸ ਤੁਸੀਂ ਮਹਿੰਗੇ ਭਾਅ ਚੱਕੇ ਆ, ਉਹਨਾਂ ਦੇ ਵੀਜ਼ੇ ਨਹੀਂ ਆ ਰਹੇ। ਅੱਜ ਨੌਨ SDS ਫਾਈਲਾਂ ਆ, ਉਹ ਰਿਜੈਕਟ ਹੋ ਰਹੀਆਂ ਆ। ਸੋ ਤੁਸੀਂ ਆਪਣਾ ਸਿਰਫ ਸਕਿਨ ਸੇਵ ਕਰਨ ਲਈ ਇੱਕ ਹਵਾ 'ਚ ਗੱਲ ਫੈਲਾਤੀ ਕਿ ਬਹੁਤ ਉਡਣ ਲੱਗ ਪਏ, ਤਾਂ ਕਿ ਜਿਹੜਾ ਤੁਹਾਡਾ ਕਲਾਇੰਟ ਤੁਹਾਨੂੰ ਕੰਪਲੇਂਟ ਕਰਨਾ ਸੀ ਵੀ ਕਿਸੇ ਟਾਈਮ ਤੁਸੀਂ ਖੁਦਾ ਬਣੇ ਸੀ ਵੀ ਮੇਰਾ ਵੀਜ਼ਾ ਕੱਢ ਦੋਗੇ। ਸੋ ਅੱਜ ਉਹ ਖੁਦਾ ਨਹੀਂ ਦਿਸ ਰਿਹਾ। ਸੋ ਅੱਜ ਕੀ ਹੋ ਗਿਆ? ਸੋ ਤੁਸੀਂ ਆਪਣੀ ਸਕਿਨ ਸੇਵ ਕਰਨ ਲਈ ਇੱਕ ਹਵਾ 'ਚ ਗੱਲ ਫੈਲਾਤੀ, ਜਿਹਦਾ ਕਰਕੇ ਇਹ ਦਿਸਣ ਲੱਗ ਪਵੇ ਵੀ ਸਟੂਡੈਂਟਸ ਨੂੰ ਤੁਹਾਡੇ ਕੋਲ ਰਿਫਿਊਜ਼ ਹੋ ਗਏ, ਦਫ਼ਤਰ ਆਵੇ ਪਹਿਲਾਂ ਹੀ ਕਹਿਣ ਲੱਗ ਪਏ ਹਾਂਜੀ ਜੀ ਹੁਣ ਤਾਂ ਵੀਜ਼ਾ ਬੰਦ ਹੋ ਗਿਆ ਜੀ, ਤੁਸੀਂ ਵੀ ਕੀ ਕਰ ਸਕਦੇ ਹੋ। ਸੋ ਇਹ ਸਾਰਾ ਸਕਿਨ ਸੇਵ ਕਰਨ ਦੀ ਸਟੋਰੀ ਹੈ। ਅਗਰ ਤੁਸੀਂ ਅੰਕੜੇ ਵੇਖੋਗੇ, ਸਟੈਟਸ ਵੇਖੋਗੇ, ਡਾਟਾ ਵੇਖੋਗੇ, ਤਾਂ ਤੁਸੀਂ ਵੇਖੋਗੇ ਪਿਛਲੇ ਸਾਲ ਤੋਂ ਇੱਕ ਸਟੂਡੈਂਟ ਦਾ ਵੀ ਨੰਬਰ ਘਟਿਆ ਨਹੀਂ ਆ, ਉਲਟਾ ਵਧਿਆ ਵਾ। ਸੋ ਜਿੰਨੇ ਵੀਜ਼ਾ ਦੇਣ ਦੀ ਜਿਹੜਾ ਨੰਬਰ ਹੈ, ਸਟੈਟਸ ਆ, ਉਹ ਘਟਿਆ ਕਦੀ ਵੀ ਨਹੀਂ ਆ। ਸੋ ਅਗਰ ਤੁਸੀਂ ਅੰਕੜੇ ਦੇ ਉੱਪਰ ਜਾਓਗੇ, ਪਿਛਲੇ ਸਾਲ 4,01,000 ਜਿਹੜੇ ਇਮੀਗਰੈਂਟਸ ਦੀਆਂ ਫਾਈਲਾਂ ਪੂਰੀਆਂ ਕਰਨੀਆਂ ਸੀ। ਸੋ ਉਸ ਤੋਂ ਬਾਅਦ ਉਸ ਤੋਂ ਲਾਸਟ ਈਅਰ 4,11,000 ਕਿ 21,000 ਫਾਈਲਸ ਨੂੰ ਵੀਜ਼ਾ ਦੇਣਾ ਸੀ। ਇਸ ਸਾਲ 4,31,000 ਇਮੀਗਰੈਂਟਸ ਨੂੰ ਜਿਹੜਾ ਉਹਨਾਂ ਨੇ ਉੱਥੇ ਪੱਕਾ ਕਰਨਾ ਆ। ਉਹਦੇ 'ਚੋਂ 2,75,000 ਆਲਰੇਡੀ ਪੱਕੇ ਹੋ ਗਏ, ਜਿੰਨੇ ਰਹਿ ਗਏ ਉਹ ਵੀ ਇਸ ਸਾਲ ਹੋਣੇ ਆ। ਕੈਨੇਡਾ ਨੰਬਰਾਂ 'ਤੇ ਖੇਡਦਾ ਆ। ਕੈਨੇਡਾ ਕੋਲ ਪੂਰੇ ਫਿਕਸ ਨੰਬਰ ਨੇ ਕਿ ਇੰਨੇ ਨੰਬਰ ਲੈਣੇ ਆ, ਇੰਨੇ ਭਰਤੀ ਕਰਨੇ ਆ, ਇੰਨਿਆਂ ਨੂੰ ਇਸ ਪਾਸੇ ਲਾਉਣਾ ਆ। ਔਰ ਕੈਨੇਡਾ ਇਕਲੌਤੀ ਅੰਬੈਸੀ ਹੈ ਜਿਹਨੇ ਲੋਕਡਾਊਨ ਦੇ ਵਿੱਚ ਵੀ ਬ੍ਰੇਕ ਨਹੀਂ ਲਾਈ। ਲੋਕਡਾਊਨ ਦੇ ਵਿੱਚ ਨਵੇਂ ਫਾਰਮੂਲੇ ਲੱਭੇ ਗਏ ਕਿ ਬੱਚਾ ਅਪਲਾਈ ਕਰ ਲਵੇ, ਸੋ ਉਹਨੂੰ ਹੈਂਡਲ ਕਿੱਦਾਂ ਕਰਨਾ। AIP ਕਰਕੇ ਇੱਕ ਨਵਾਂ ਸਿਸਟਮ ਇੰਟਰੋਡਿਊਸ ਕਰਤਾ ਕਿ ਤੁਹਾਡਾ ਵੀਜ਼ਾ ਆਨਲਾਈਨ ਆ ਜਾਏਗਾ, ਅੰਬੈਸੀ ਬੰਦ ਆ, ਸਟਿੱਕਰ ਬਾਅਦ 'ਚ ਲੱਗ ਜਾਊਗਾ। ਸੋ ਨਿਆਣੇ ਕੈਨੇਡਾ 'ਚ ਆ ਕੇ ਨਹੀਂ ਪੜ੍ਹ ਸਕਦੇ ਸੀ, ਉਹਦਾ ਨਵਾਂ ਫਾਰਮੂਲਾ ਇਜਾਦ ਕਰ ਲਿਆ ਕਿ ਬੱਚਾ ਇੰਡੀਆ 'ਚ ਹੀ ਰਹਿ ਕੇ ਪੜ੍ਹ ਸਕਦਾ ਹੈ, ਤਾਂ ਉਹਨੂੰ ਕੈਨੇਡਾ ਦੀ ਪੜ੍ਹਾਈ ਮੰਨ ਲਾਂਗੇ, ਉਹਦੇ ਮੁਤਾਬਿਕ ਹੀ ਵਰਕ ਪਰਮਿਟ ਦੇ ਦਾਂਗੇ। ਅੱਜ 24 ਅਗਸਤ ਤੋਂ ਫਿਰ ਨਵਾਂ ਹੀ ਕਾਨੂੰਨ ਬੰਦ ਕਰਤਾ ਸੀ ਕਿਉਂਕਿ ਰੈਗੂਲਰ ਹੋ ਗਿਆ। ਇਸ ਸਾਲ ਸੈਪਟੰਬਰ ਦੇ ਰਿਜ਼ਲਟ ਲੇਟ ਆ ਰਹੇ ਆ। ਸੋ ਸੈਪਟੰਬਰ ਔਨਵਰਡਸ 1 ਸਾਲ ਲਈ ਫਿਰ ਪੁਰਾਣਾ ਸਿਸਟਮ ਅਡਾਪਟ ਕਰ ਲਿਆ ਕਿ ਹੁਣ ਵੀ ਅਗਰ ਸਟੂਡੈਂਟ ਕੋਈ ਅੱਧੀ ਪੜ੍ਹਾਈ 1 ਸਾਲ ਤੱਕ ਇੰਡੀਆ 'ਚ ਪੜ੍ਹ ਜਾਂਦਾ ਤਾਂ ਉਹਨੂੰ ਫੁੱਲ ਗਿਣਾਂਗੇ, ਵਰਕ ਪਰਮਿਟ 'ਤੇ ਅਸਰ ਨਹੀਂ ਹੋਊਗਾ। ਸੋ ਇਹ ਕੈਨੇਡਾ ਦੀ ਫਲੈਕਸੀਬਿਲਿਟੀ ਹੈ।
ਸੋ ਐਡਾ ਜ਼ਬਰਦਸਤ ਇਮੀਗ੍ਰੇਸ਼ਨ ਦਾ ਸਿਸਟਮ ਹੈ ਕਿ ਇਹ ਸਟੂਡੈਂਟਸ ਦੇ ਫਾਇਦੇ ਲਈ ਆ। ਔਰ ਜਦੋਂ ਵੀ ਵੇਖਿਆ ਜਾਂਦਾ ਉਹਦੇ 'ਚ ਨਾ ਤਾਂ ਕਦੀ ਨੰਬਰ ਘਟਿਆ ਆ, ਨਾ ਹੀ ਕਦੀ ਉਹਦੇ ਵਿੱਚ ਤੁਹਾਡੀ ਕ੍ਰੈਡੀਬਿਲਿਟੀ ਲੋ ਹੋਈ ਆ। ਸਿਰਫ ਤੇ ਸਿਰਫ ਡਿਮਾਂਡ ਐਂਡ ਸਪਲਾਈ ਦੀ ਇਕੁਏਸ਼ਨ ਹੈ ਕਿ ਜਦੋਂ ਤੁਹਾਡੀਆਂ ਫਾਈਲਾਂ ਜ਼ਿਆਦਾ ਨੰਬਰ ਵੱਧ ਜਾਂਦਾ ਆ ਉਦੋਂ ਸਾਨੂੰ ਜ਼ਿਆਦਾ ਰਿਫਿਊਜ਼ਲ ਦਿਸਣ ਲੱਗ ਪਏ। ਯਾਨੀ ਕਿ ਨੰਬਰ ਉਹੀ ਹੈ, ਵੀਜ਼ੇ ਉਨੇ ਹੀ ਦੇ ਰਹੇ ਨੇ, ਐਪਲੀਕੇਸ਼ਨ ਜ਼ਿਆਦਾ ਵੱਧ ਗਈਆਂ। ਹਾਂ ਕਿਉਂਕਿ ਜਦੋਂ ਸਭ ਕੁਝ ਬੰਦ ਸੀ, ਜਦੋਂ ਕੋਈ ਐਮਬੈਸੀ ਖੁੱਲ੍ਹੀ ਨਹੀਂ ਸੀ, ਕੈਨੇਡਾ ਨੇ ਆਪਣਾ ਸ਼ਟਰ ਡਾਊਨ ਨਹੀਂ ਕੀਤਾ। ਸੋ ਇਹਨਾਂ ਨੇ ਆਪਣਾ ਕਾਰੋਬਾਰ ਚਾਲੂ ਰੱਖਿਆ। ਸੋ ਉਹ ਆਬਵੀਅਸਲੀ ਉਹਦਾ ਢੇਰ ਲੱਗਣਾ ਸੀ। ਔਰ ਪਿੱਛੇ 25 ਲੱਖ ਫਾਈਲਾਂ ਪੈਂਡਿੰਗ ਰਹੀਆਂ ਹੈ। ਪਰ ਕੈਨੇਡਾ ਨੇ ਇਸ ਸਾਲ ਇਹ ਫਿਰ ਕਲੀਅਰ ਕੀਤਾ ਹੈ। ਹਾਲੇ ਕੱਲ੍ਹ ਪਰਸੋਂ ਅਗੇਨ ਉਹਨਾਂ ਦੀ ਨਿਊਜ਼ ਸੀਗੀ IRCC ਦੀ ਕਿ IRCC ਸੈਪਟੰਬਰ ਦੇ ਸਟੂਡੈਂਟਸ ਨੂੰ ਪ੍ਰਾਇਓਰਿਟੀ ਦੇ ਉੱਪਰ ਵੀਜ਼ਾ ਦੇ ਰਿਹਾ। ਔਰ ਇਸ ਟਾਈਮ ਸਟੂਡੈਂਟ ਵੀਜ਼ਾ ਨੂੰ ਸਭ ਤੋਂ ਉੱਪਰ ਤਰਜੀਹ ਦਿੱਤੀ ਹੈ। ਚਾਹੇ ਹੋਰ ਕੋਈ ਕੈਟਾਗਰੀ ਹੱਲ ਹੋਵੇ, ਕਿਸੇ ਹੋਰ ਕੈਟਾਗਰੀ ਨੂੰ ਅਸੈਸ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ, ਜਿਹੜੀ ਸਟੂਡੈਂਟਸ ਨੂੰ ਸਭ ਤੋਂ ਪਹਿਲਾਂ ਪ੍ਰਾਇਓਰਿਟੀ ਕਰਦੇ। ਔਰ ਸਟੂਡੈਂਟ ਦਾ ਸਮਾਂ ਰਿਡਿਊਸ ਕਰਤਾ। ਇਸ ਟਾਈਮ 2.5 ਮਹੀਨੇ ਦੇ ਵਿੱਚ ਤੁਹਾਡਾ ਵੀਜ਼ਾ ਆ ਜਾਂਦਾ ਆ। ਸੋ ਲਿਖਤੀ ਹੋ ਗਿਆ ਇੱਕ ਤਰੀਕੇ ਨਾਲ, ਬਿਕੋਜ਼ ਅੱਜ ਤੋਂ 2-4 ਮਹੀਨੇ ਪਹਿਲਾਂ ਤੁਹਾਡੇ ਕੋਲ ਇਹਦਾ ਕੋਈ ਬ੍ਰੇਕਡਾਊਨ ਨਹੀਂ ਸੀ ਕਿ ਵੀਜ਼ਾ ਕਦੋਂ ਆਊਗਾ, ਕਦੋਂ ਰਿਜ਼ਲਟ ਨਿਕਲੂਗਾ। ਸੋ ਹੁਣ ਤੁਸੀਂ ਅੱਜ ਅਗਰ ਫਾਈਲ ਲਾਈ ਹੈ, ਤੁਸੀਂ 2.5 ਮਹੀਨੇ ਗਿਣ ਕੇ ਲਿਖ ਸਕਦੇ ਹੋ, ਤੁਹਾਡਾ 2.5 ਮਹੀਨੇ ਬਾਅਦ ਵੀਜ਼ਾ ਆ ਜਾਂਦਾ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਵੀਜ਼ਾ ਐਕਸਪਰਟ ਹੈਗੇ ਨੇ ਅਰਵਿੰਦਰ ਪਾਲ, ਜਿਨ੍ਹਾਂ ਨੇ ਤਮਾਮ ਦੇ ਵਿੱਚ ਜਿਹੜੀ ਇਹ ਜਾਣਕਾਰੀ ਦਿੱਤੀ ਹੈ, ਸੌਖੇ ਸ਼ਬਦਾਂ ਦੇ ਵਿੱਚ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਕੈਨੇਡਾ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਨੇ ਜਾਂ ਜਿਹੜੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਹੋਏ ਨੇ ਉਹਨਾਂ ਦਾ ਬਿਹਤਰ ਤਰੀਕੇ ਦੇ ਨਾਲ ਜਵਾਬ ਦਿੱਤਾ। ਕਿਉਂਕਿ ਟਿਕਟਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਸੀਗਾ ਕਿ ਆਖਿਰਕਾਰ ਟਿਕਟਾਂ ਕਿਉਂ ਮਹਿੰਗੀਆਂ ਹੈਗੀਆਂ ਨੇ, ਤਾਂ ਜਿਹੜੀ ਟਿਕਟਾਂ ਦੀ ਖੇਡ ਹੈਗੀ ਹੈ ਉਹ ਵੀ ਸਮਝਾਈ ਹੈ। ਅਤੇ ਨਾਲ ਹੀ ਜਿਹੜੀ ਰਿਫਿਊਜ਼ਲ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਕੈਨੇਡਾ ਬੰਦ ਹੋ ਗਿਆ ਜਾਂ ਕੈਨੇਡਾ ਨੇ ਰਿਫਿਊਜ਼ਲ ਦੇਣੀਆਂ ਸ਼ੁਰੂ ਕਰਤੀਆਂ ਨੇ, ਤਾਂ ਇਹਨਾਂ ਮੁਤਾਬਕ ਕੈਨੇਡਾ ਨੇ ਰਿਫਿਊਜ਼ਲ ਦੇਣੀ ਸ਼ੁਰੂ ਨਹੀਂ ਕੀਤੀ, ਨਾ ਹੀ ਨੰਬਰ ਘਟਾਏ ਨੇ, ਬਲਕਿ ਐਪਲੀਕੇਸ਼ਨ ਜ਼ਿਆਦਾ ਆ ਰਹੀਆਂ ਨੇ। ਇਸੇ ਕਾਰਨ ਜਿਹੜੀਆਂ ਨੇ ਕੁਝ ਰਿਫਿਊਜ਼ਲ ਆ ਰਹੀਆਂ ਨੇ। ਪਰ ਕੈਨੇਡਾ ਅੱਜ ਵੀ ਉਵੇਂ ਖੁੱਲ੍ਹਾ ਜਿਵੇਂ ਪਹਿਲਾਂ ਖੁੱਲ੍ਹਿਆ ਸੀਗਾ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੂ, TV ਪੰਜਾਬ, ਜਲੰਧਰ।